12ਵੀਂ ਜਮਾਤ ਦੇ ਭੂਗੋਲ ਵਿਸ਼ੇ ਦੇ ਸਾਰੇ ਹੀ ਵਿਦਿਆਰਥੀਆਂ ਨੂੰ ਮੇਰੀ ਸਤਿ ਸ੍ਰੀ ਅਕਾਲ। ਪਿਆਰੇ ਵਿਦਿਆਰਥੀਓ, ਅੱਜ ਆਪਾਂ 12ਵੀਂ ਜਮਾਤ ਦਾ ਚੌਥਾ ਅਧਿਆਇ ਦਾ ਇੱਕ ਟੌਪਿਕ ਕਰਾਂਗੇ, ਖੇਤੀਬਾੜੀ ਤੇ ਖੇਤੀਬਾੜੀ ਦੀਆਂ ਕਿਸਮਾਂ। ਬੇਟਾ, ਖੇਤੀਬਾੜੀ ਦੇ ਬਾਰੇ ਤੁਹਾਨੂੰ ਪਤਾ ਹੀ ਹੋਣਾ ਹੈ, ਕਿਉਂਕਿ ਜਿਹੜੀ ਭਾਰਤ ਹੀ ਨਹੀਂ ਪੰਜਾਬ ਦੀ ਹੀ ਮੁੱਖ ਧੰਦਾ ਜਿਹੜਾ ਹੈ ਖੇਤੀਬਾੜੀ ਹੈ। ਖੇਤੀਬਾੜੀ ਦੇ ਆਪਾਂ ਇਤਿਹਾਸ ਦੇ ਬਾਰੇ ਵੀ ਚਰਚਾ ਕਰਾਂਗੇ, ਇਹਦੀ ਕਿਸਮਾਂ ਦੇ ਬਾਰੇ ਵੀ, ਫਿਰ ਇਹਦੀ ਖੇਤੀਬਾੜੀ ਦਾ ਜਿਹੜਾ ਅਰਥ ਕੀ ਹੈ ਇਹਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ। ਖੇਤੀਬਾੜੀ ਦਾ ਅਰਥ ਕੀ ਹੈ? ਬੇਟਾ, ਖੇਤੀਬਾੜੀ ਜਿਹੜੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ, ਐਗਰ ਐਂਡ ਕਲਚਰ। ਐਗਰ ਤੋਂ ਭਾਵ ਹੈ ਬੇਟਾ ਖੇਤੀ ਅਰਥਾਤ ਮਿੱਟੀ, ਅਤੇ ਕਲਚਰ ਤੋਂ ਭਾਵ ਹੈ ਦੇਖ ਰੇਖ, ਮਿੱਟੀ ਦੀ ਦੇਖ ਰੇਖ। ਮਿੱਟੀ ਦੀ ਦੇਖ ਰੇਖ ਮਤਲਬ ਖੇਤੀਬਾੜੀ। ਫਿਰ ਆਉਂਦੀ ਗੱਲ ਇਤਿਹਾਸ ਦੀ। ਬੇਟਾ, ਸਭ ਤੋਂ ਪਹਿਲਾਂ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖੇਤੀ ਕੀਤੀ ਗਈ ਸੀਗੀ ਇਜ਼ਰਾਈਲ ਦੇ ਵਿੱਚ ਕੀਤੀ ਗਈ ਸੀ, ਈਰਾਨ ਦੇ ਵਿੱਚ ਕੀਤੀ ਗਈ ਸੀਗੀ। ਉਸ ਸਮੇਂ ਜਿਹੜਾ ਕਬੀਲਾ ਜਾਂ ਟੱਬਰ ਖੇਤੀ ਕਰਦਾ ਹੁੰਦਾ ਸੀਗਾ, ਉਹ 70 ਮਿਲੀਅਨ ਵਰਸ ਜਿਹੜਾ ਪਹਿਲਾਂ ਸੀ, ਸਾਲ ਪਹਿਲਾਂ ਜਿਹੜੀ ਖੇਤੀ ਕੀਤੀ ਜਾਂਦੀ ਸੀਗੀ, ਉਹ ਇਜ਼ਰਾਈਲ ਦੇ ਵਿੱਚ ਤੇ ਈਰਾਨ ਦੇ ਵਿੱਚ ਖੇਤੀ ਕੀਤੀ ਗਈ ਸੀਗੀ। ਉਹਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਕੋਲ ਜਿਹੜਾ ਪਸ਼ੂ ਸੀਗਾ, ਪਸ਼ੂ ਦਾ ਮਤਲਬ ਜਾਨਵਰ ਸੀ ਜਿਹੜਾ, ਉਹ ਸਭ ਤੋਂ ਪਹਿਲਾਂ ਉਹਨਾਂ ਕੋਲ ਕੁੱਤਾ ਸੀਗਾ। ਤੇ ਕੁਐਸਚਨ ਵੀ ਆ ਸਕਦਾ ਹੈ ਵੀ ਸਭ ਤੋਂ ਪਹਿਲਾਂ ਜਿਹੜਾ ਪਸ਼ੂਆਂ ਦੇ ਵਿੱਚ ਇੱਕ ਕਿਹੜਾ ਜਾਨਵਰ ਸੀ ਜਿਹੜਾ ਖੇਤੀ ਦੇ ਵਿੱਚ ਉਪਯੋਗ ਕੀਤਾ ਗਿਆ ਸੀਗਾ? ਕੁੱਤਾ ਸੀਗਾ ਸਭ ਤੋਂ ਪਹਿਲਾਂ। ਫਿਰ ਇਹਦੇ ਬਾਅਦ ਗੱਲ ਆਉਂਦੀ ਹੈ ਆਪਣੇ ਭਾਰਤੀ ਖੇਤੀ ਦੀ। ਭਾਰਤੀ ਖੇਤੀ ਸਿੰਧ ਘਾਟੀ ਸਭਿਅਤਾ ਦੀ ਖੇਤੀ ਮੰਨੀ ਜਾਂਦੀ ਹੈ। 10,000 ਵਰਸ ਪੂਰਵ ਜਿਹੜਾ ਖੇਤੀ ਕੀਤੀ ਜਾਂਦੀ ਸੀ ਉਸ ਨੂੰ ਆਪਾਂ ਸਿੰਧ ਘਾਟੀ ਦੀ ਖੇਤੀ ਕਹਿ ਸਕਦੇ ਹਾਂ। ਆਪਣੇ ਜਿਹੜੇ ਅਸਤਿਤਵ ਮਿਲੇ ਹੈ ਪੁਰਾਣਿਕ ਇਤਿਹਾਸਕਾਰ ਦੇ ਅਨੁਸਾਰ, ਆਪਣੀ ਜਿਹੜੀ ਖੇਤੀ ਹੈ ਸਿੰਧ ਘਾਟੀ ਸਭਿਅਤਾ ਦੀ ਖੇਤੀ ਹੈ। ਬੇਟਾ, ਸਭ ਤੋਂ ਪਹਿਲਾਂ ਜਿਹੜੇ ਖੇਤੀ ਸੀਗੀ, ਇਹ ਖੇਤੀ ਹਲਾਂ ਦੇ ਦੁਆਰਾ ਕੀਤੀ ਜਾਂਦੀ ਸੀਗੀ। ਫਿਰ ਹੌਲੀ ਹੌਲੀ ਮਨੁੱਖ ਦਾ ਵਿਕਾਸ ਹੁੰਦਾ ਗਿਆ, ਦੁਨੀਆ ਤਰੱਕੀ ਕਰਦੀ ਗਈ, ਫਿਰ ਟਰੈਕਟਰਾਂ ਰਾਹੀਂ ਖੇਤੀ ਕੀਤੀ ਜਾਣ ਲੱਗੀ। ਤੇ ਭਾਰਤ ਦੇ ਵਿੱਚ 1914 ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਖੇਤੀ ਕੀਤੀ ਗਈ ਸੀ ਟਰੈਕਟਰ ਰਾਹੀਂ ਕੀਤੀ ਗਈ ਸੀ। ਉਹ ਆਪਾਂ ਵਿਦੇਸ਼ਾਂ ਤੋਂ ਕਿਤੇ ਮੰਗਾ ਕੇ ਖੇਤੀ ਕੀਤੀ ਜਾਂਦੀ ਸੀ। ਫਿਰ ਜੋ ਭਾਰਤ ਦੇ ਵਿੱਚ ਜੋ ਟਰੈਕਟਰ, ਸਭ ਤੋਂ ਪਹਿਲਾਂ ਟਰੈਕਟਰ ਜਿਹੜਾ 1961 ਤੋਂ ਲੈ ਕੇ 71 ਦੇ ਜਿਹੜਾ ਦਹਾਕਾ ਸੀ, ਉਹਦੇ ਵਿੱਚ ਟਰੈਕਟਰ ਜਿਹੜਾ ਭਾਰਤ ਦੇ ਵਿੱਚ ਨਿਰਮਿਤ ਹੋਣ ਲੱਗੇ, ਉਹ ਸੀ ਆਸ਼ਾ ਟਰੈਕਟਰ। ਆਸ਼ਾ ਟਰੈਕਟਰ ਤੁਸੀਂ ਦੇਖ ਰਹੇ ਹੋ ਪੁਰਾਣੇ ਇਤਿਹਾਸ ਦੇ ਵਿੱਚ, ਪੁਰਾਣੇ ਆਪਣੇ ਬਜ਼ੁਰਗ ਸੀਗੇ ਜਿਹੜੇ, ਉਹ ਆਸ਼ਾ ਟਰੈਕਟਰ ਰਾਹੀਂ ਖੇਤੀ ਕਰਦੇ ਹੁੰਦੇ ਸੀਗੇ। ਇਹ 60 ਤੋਂ 70 ਦੇ ਦਸ਼ਕ ਦੇ ਵਿੱਚ ਜਿਹੜੀ ਸੀ ਨਾ ਬੇਟਾ, ਦਹਾਕੇ ਦੇ ਵਿੱਚ ਜਿਹੜੀ ਖੇਤੀ ਸੀਗੀ ਉਹ ਟਰੈਕਟਰ ਰਾਹੀਂ ਕਿਸੇ ਕੋਲੇ ਹੁੰਦੀ ਸੀਗੀ। ਚੰਗੇ ਜਿਹੜੇ ਕਿਸਾਨ ਹੁੰਦੇ ਸੀ ਉਹਨਾਂ ਕੋਲੇ ਇਹ ਖੇਤੀ ਕਰਨ ਦਾ ਇੱਕ ਆਧੁਨਿਕ ਯੰਤਰ ਕਹਿ ਸਕਦੇ ਆਪਾਂ, ਖੇਤੀ ਦਾ ਯੰਤਰ ਹੁੰਦਾ ਸੀਗਾ। ਫਿਰ ਗੱਲ ਆਉਂਦੀ ਹੈ ਕਿ ਜਿਹੜੀ ਭਾਰਤ ਦੀ ਖੇਤੀ ਦਾ ਵਿਕਾਸ, ਬੇਟਾ 60 ਤੋਂ 70 ਦਾ ਜਿਹੜਾ 71 ਦਾ ਦਸ਼ਕ ਸੀਗਾ, ਉਹਦੇ ਵਿੱਚ ਹੀ ਖੇਤੀ ਦੇ ਵਿੱਚ ਬਹੁਤ ਜ਼ਿਆਦਾ ਪਰਿਵਰਤਨ ਦੇਖਣ ਨੂੰ ਮਿਲੇ। ਸਭ ਤੋਂ ਪਹਿਲਾਂ ਪਰਿਵਰਤਨ ਸਾਊਥ ਭਾਰਤ ਦੇ ਡਾਕਟਰ MS ਸਵਾਮੀਨਾਥਨ ਦੁਆਰਾ ਜਿਹੜੇ ਪ੍ਰਯਾਸ ਕੀਤੇ ਗਏ ਸੀਗੇ, ਹਰੀ ਕ੍ਰਾਂਤੀ ਲਿਆਂਦੀ ਗਈ ਆਪਣੇ ਭਾਰਤ ਦੇ ਵਿੱਚ। ਖਾਦ ਅਨ ਉਤਪਾਦਨ ਦੇ ਵਿੱਚ ਇਜ਼ਾਫੇ ਦੇ ਲਈ ਇਹ ਖੇਤੀ ਲਿਆਂਦੀ ਗਈ, ਹਰੀ ਕ੍ਰਾਂਤੀ ਲਿਆਂਦੀ ਗਈ। ਭਾਰਤੀ ਖੇਤੀ ਦੇ ਵਿਕਾਸ ਦੇ ਲਈ ਡਾਕਟਰ ਸਵਾਮੀਨਾਥਨ ਦਾ ਅਹਿਮ ਯੋਗਦਾਨ ਹੈ। ਤੇ ਆਪਾਂ ਗੱਲ ਕਰੀਏ ਦੁਨੀਆ ਦੇ ਵਿੱਚ, ਨਾਰਮਨ ਬੋਰਲੌਗ ਜਿਹੜਾ ਸੀਗਾ ਅਮਰੀਕੀ ਖੇਤੀਬਾੜੀ ਵਿਗਿਆਨਿਕ ਸੀਗੇ, ਉਹਨਾਂ ਦਾ ਮਹੱਤਵਪੂਰਨ ਯੋਗਦਾਨ ਹੈ। ਤੇ 1967 ਦੇ ਵਿੱਚ ਜਦੋਂ ਹਰੀ ਕ੍ਰਾਂਤੀ ਲਿਆਂਦੀ ਗਈ, ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਖਾਦ ਅੰਨ ਸੀ, ਕਣਕ ਸੀਗੀ। ਉਹਦੇ ਵਿੱਚ ਕਣਕ ਨੂੰ ਸਭ ਤੋਂ ਪਹਿਲਾਂ ਪਹਿਲ ਰੱਖੀ ਗਈ, ਸਭ ਤੋਂ ਜ਼ਿਆਦਾ ਕਣਕ ਜਿਹੜੀ ਉਪਜ ਹੈ ਉਸ ਨੂੰ ਕੀਤੀ ਜਾਵੇ ਕਿ ਹਰੇਕ ਜਿਹੜਾ ਕਿਸਾਨ ਹੈ, ਹਰੇਕ ਜਿਹੜਾ ਨਾਗਰਿਕ ਹੈ ਭਾਰਤ ਦਾ ਨਾਗਰਿਕ, ਉਹ ਕੋਈ ਭੁੱਖਾ ਨਾ ਰਹੇ। ਇਹ ਖਾਦ ਅੰਨ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਫਸਲ ਸੀ ਉਹ ਕਣਕ ਸੀਗੀ। ਫਿਰ 1983 ਦੇ ਵਿੱਚ ਇਹਦੇ ਨਾਲ ਇੱਕ ਫਸਲ ਹੋਰ ਜੋੜ ਦਿੱਤੀ ਗਈ ਸੀ ਜਿਹੜੀ ਸੀ ਚੌਲ। ਫਿਰ ਗੱਲ ਆਉਂਦੀ ਹੈ ਬੇਟਾ ਕਿ ਜਦੋਂ ਇਹਦੇ ਵਿੱਚ ਇਜ਼ਾਫਾ ਹੋਣ ਲੱਗਿਆ, ਹਰੀ ਕ੍ਰਾਂਤੀ ਤੋਂ ਬਾਅਦ ਜਦੋਂ ਭਾਰਤੀ ਖੇਤੀ ਦੇ ਵਿੱਚ ਇਜ਼ਾਫਾ ਹੋਣ ਲੱਗਿਆ, ਤੇ ਇਹਦੇ ਵਿੱਚ ਜਿਹੜਾ GDP ਸੀਗਾ ਉਹ 16.6 ਹਿੱਸਾ ਸੀਗਾ 2000 ਈਸਵੀ ਦੇ ਵਿੱਚ। ਫਿਰ ਇਹਦੇ ਵਿੱਚ ਜਿਹੜੇ ਭਾਰਤ ਦੇ ਕਿੰਨੇ ਲੋਕ ਜਿਹੜੇ ਖੇਤੀ ਕਰਦੇ ਹੈ, 52% ਜਿਹੜੀ ਪੋਪੂਲੇਸ਼ਨ ਹੈ ਜਿਹੜੀ ਉਹ ਖੇਤੀ ਦੇ ਵਿੱਚ ਲੱਗੀ ਹੋਈ ਹੈ, ਜਾਂ ਕਹਿ ਸਕਦੇ ਹਾਂ ਕਿ ਅੱਧੀ ਤੋਂ ਜ਼ਿਆਦਾ ਆਪਣੀ ਜਿਹੜੀ ਖੇਤੀ ਹੈ ਉਹ ਖੇਤੀਬਾੜੀ ਜਿਹੜੀ ਹੈ ਆਪਣੇ ਭਾਰਤੀ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਵਰਤਮਾਨ ਖੇਤੀ ਦੇ ਵਿੱਚ ਜਿਹੜਾ ਹੈ ਬਹੁਤ ਹੀ
ਆਧੁਨਿਕ ਯੰਤਰ ਉਪਯੋਗ ਕੀਤੇ ਜਾਂਦੇ ਹੈ। ਫਿਰ ਜਿਹੜਾ 1967 ਦੇ ਵਿੱਚ ਜਦੋਂ ਖੇਤੀ ਕਰਨ ਲੱਗੇ, ਉਹਦੇ ਵਿੱਚ ਹਰੀ ਕ੍ਰਾਂਤੀ ਦੇ ਵਿੱਚ ਜੋ ਦੱਸਿਆ ਉਹਨਾਂ ਨੇ ਵੀ ਕੀ ਇਹਦੇ ਵਿੱਚ ਯੂਜ਼ ਉਪਯੋਗ ਕਰਨਾ ਜ਼ਰੂਰੀ ਹੈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਰਟੀਫਾਈਡ ਬੀਜ, ਇਹ ਜੀ ਬੀਜ ਲਾਏ ਜਾਣ ਜਿਹੜੇ ਘੱਟ ਖੇਤਰ ਦੇ ਵਿੱਚ ਜ਼ਿਆਦਾ ਝਾੜ ਦੇਣ, ਝਾੜ ਵਾਲੀ ਉਪਜ ਦੇਣ। ਬਹੁਤ ਜ਼ਿਆਦਾ ਇੱਕ ਛੋਟੇ ਜਿਹੇ ਜਿਹੜੇ ਕਿਸਾਨ ਸੀਗੇ ਉਹਨਾਂ ਨੂੰ ਛੋਟੇ ਖੇਤਰ ਦੇ ਵਿੱਚ, ਛੋਟੇ ਖੇਤਾਂ ਦੇ ਵਿੱਚ ਉਸ ਨੂੰ ਵੱਧ ਤੋਂ ਵੱਧ ਜਿਹੜੀ ਹੈ ਉਸ ਨੂੰ ਝਾੜ ਮਿਲ ਸਕੇ, ਜਿਹਦੇ ਵਿੱਚ ਰਸਾਇਣਿਕ ਖਾਦਾਂ ਦੇ ਬਾਰੇ ਵੀ ਦੱਸਿਆ ਗਿਆ ਵੀ ਇਹ ਖਾਦ ਦੇ, ਇਸ ਰਸਾਇਣਿਕ ਖਾਦ ਪੈਸਟੀਸਾਈਡ ਆਪਾਂ ਯੂਜ਼ ਕਰਕੇ ਵੱਧ ਤੋਂ ਵੱਧ ਫਸਲ ਲੈ ਸਕਦੇ ਹਾਂ। ਫਿਰ ਭਾਰਤੀ ਖੇਤੀ ਦੇ ਵਿਕਾਸ ਦੇ ਲਈ ਕੇਂਦਰ ਸਰਕਾਰ ਨੇ 2 ਜਿਹੜੀਆਂ ਸੰਸਥਾਵਾਂ ਸਥਾਪਿਤ ਕੀਤੀਆਂ ਸੀਗੀਆਂ। RRB ਖੇਤਰੀ ਗ੍ਰਾਮੀਣ ਬੈਂਕ ਸੀ, ਜਿਹੜਾ ਹਰੇਕ ਕਸਬੇ ਦੇ ਵਿੱਚ ਛੋਟੀ ਦੂਰੀ ਦੇ ਉੱਤੇ ਇਹ ਬੈਂਕ ਸਥਾਪਿਤ ਕਰ ਦਿੱਤੇ। ਇਹਦਾ ਇੱਕੋ ਹੀ ਉਦੇਸ਼ ਸੀਗਾ ਕਿ ਜਿਹੜਾ ਕਿਸਾਨ ਸੀਗਾ ਉਸ ਨੂੰ ਰਿਣ ਉਪਲਬਧ ਕਰਾਉਣਾ, ਸਸਤੇ ਰੇਟ ਦੇ ਉੱਤੇ ਰਿਣ ਉਪਲਬਧ ਕਰਾਉਣਾ ਕਿ ਹਰੇਕ ਕਿਸਾਨ ਜਿਹੜਾ ਸੀਗਾ ਉਹ ਰਿਣ ਲੈ ਲੇ, ਲੋਨ ਲੈ ਲੇ ਅਤੇ ਉਹ ਖੇਤੀ ਕਰਨ ਲੱਗ ਜੇ, ਚਾਹੇ ਉਹਦੀ ਜ਼ਮੀਨ ਦਾ ਆਕਾਰ ਜਿਹੜਾ ਹੈ ਛੋਟਾ ਹੈ ਜਾਂ ਉਹ ਕਹਿ ਸਕਦੇ ਹਾਂ ਕਿ ਉਹਦੇ ਕੋਲ ਜ਼ਮੀਨ ਬਹੁਤ ਹੀ ਘੱਟ ਹੈ। ਫਿਰ ਸੀ ਨਾਬਾਰਡ, ਨੈਸ਼ਨਲ ਬੈਂਕ ਫੋਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ। ਇਹ ਬੇਟਾ ਇਹਦਾ ਵੀ ਉਦੇਸ਼ ਆਹੀ ਸੀਗਾ ਵੀ ਹਰੇਕ ਕਿਸਾਨ ਨੂੰ ਜਿਹੜੀ ਵੀ ਖੇਤੀ ਦੇ ਲਈ ਯੋਗ ਉਹਨਾਂ ਨੂੰ ਜ਼ਰੂਰਤਾਂ ਹੈ ਉਸ ਨੂੰ ਪੂਰਾ ਕਰਨਾ। ਫਿਰ ਗੱਲ ਆਉਂਦੀ ਹੈ ਇਹਦੀ, ਇਹਨਾਂ ਦੋਨਾਂ ਦੇ ਮੁੱਖ ਉਦੇਸ਼ ਕੀ ਸੀਗਾ? ਮੁੱਖ ਉਦੇਸ਼ ਪੈਸੇ ਉਪਲਬਧ ਕਰਾਉਣਾ ਅਤੇ ਖੇਤੀਬਾੜੀ ਦੇ ਲਈ ਪ੍ਰੇਰਿਤ ਕਰਨਾ, ਪ੍ਰੋਤਸਾਹਿਤ ਕਰਨਾ ਉਸਨੂੰ। ਇਹ ਪ੍ਰੋਤਸਾਹਿਤ ਕਿਸੇ ਵੀ ਸੰਸਥਾ ਦੁਆਰਾ ਕੀਤਾ ਜਾ ਸਕਦਾ ਹੈ, ਚਾਹੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੁਆਰਾ ਜਾਂ ਕਿਸੇ ਵੀ ਮੀਡੀਆ ਰਾਹੀਂ ਜਾਂ ਕਿਸੇ ਵੀ ਕੋਈ ਵੀ ਮੀਡੀਆ ਸਾਧਨ ਰਾਹੀਂ ਇਸ ਨੂੰ ਕਿਸਾਨਾਂ ਨੂੰ ਮੈਸੇਜ ਪਹੁੰਚਾਇਆ ਜਾਵੇ ਵੀ ਖੇਤੀ ਕਿਵੇਂ ਕੀਤੀ ਜਾਂਦੀ ਹੈ। ਰੇਡੀਓ ਰਾਹੀਂ, ਪਹਿਲਾਂ ਰੇਡੀਓ ਬਹੁਤ ਚੱਲਦੇ ਹੁੰਦੇ ਸੀਗੇ, ਉਹਦੇ ਵਿੱਚ ਵੀ ਪ੍ਰੋਗਰਾਮ ਆਉਂਦੇ ਹੁੰਦੇ ਸੀ ਵੀ ਖੇਤੀ ਕਿਵੇਂ ਹੈ, ਖੇਤੀ ਦੀਆਂ ਗੱਲਾਂ, ਖੇਤੀਬਾੜੀ ਦੀਆਂ ਗੱਲਾਂ। TV ਦੇ ਵਿੱਚ ਵੀ ਅੱਜ ਵੀ ਆਪਾਂ ਦੇਖਦੇ ਹਾਂ, ਬਹੁਤ ਘੱਟ ਅੱਜ ਕੱਲ੍ਹ ਆਉਂਦੀਆਂ ਹੈ, ਫਿਰ ਵੀ ਇਹ ਪਹਿਲਾਂ ਬਹੁਤ ਆਉਂਦੀਆਂ ਹੁੰਦੀਆਂ ਸੀ ਕ੍ਰਿਸ਼ੀ ਨੂੰ ਜਾਗਰੂਕ ਕਰਨ ਦੇ ਲਈ। ਵਰਤਮਾਨ ਦੇ ਵਿੱਚ ਕੁਝ ਚੈਨਲ ਇਹ ਜਿਹੇ ਹੈਗੇ ਜਿਹੜੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਚਲਾਏ ਜਾਂਦੇ ਹਨ। ਕਿਸਾਨ ਉਸ ਨੂੰ ਦੇਖਦੇ ਵੀ ਹੈ ਅਤੇ ਖੇਤੀ ਦੇ ਵਿੱਚ ਉਸ ਦੇ ਵਿੱਚ ਇਜ਼ਾਫਾ ਵੀ ਕਰਦੇ ਹੈ। ਫਿਰ ਬੇਟਾ ਆਉਂਦਾ ਖੇਤੀਬਾੜੀ ਦੀਆਂ ਕਿਸਮਾਂ। ਸਭ ਤੋਂ ਪਹਿਲਾਂ ਜਿਹੜੀ ਖੇਤੀ ਹੈ ਨਿਰਵਾਹ ਖੇਤੀ, ਸਬਸਿਸਟੈਂਸ ਫਾਰਮਿੰਗ। ਬੇਟਾ ਇਹ ਖੇਤੀ ਹੈ ਜਿਹਦੇ ਵਿੱਚ ਮਨੁੱਖ ਜਿਹੜਾ ਹੈ, ਕਿਸਾਨ ਹੈ ਜਿਹੜਾ ਆਪਦੀ ਘਰੇਲੂ ਲੋੜਾਂ ਦੀ ਪੂਰਤੀ ਦੇ ਲਈ ਆਪਣੀ ਜ਼ਰੂਰਤਾਂ ਨੂੰ ਮੁਤਾਬਕ ਹੀ ਇਹ ਖੇਤੀ ਕਰਦਾ ਹੈ। ਉਨੀ ਹੀ ਫਸਲ ਉਗਾਉਂਦਾ ਹੈ ਜਿੰਨੀ ਉਸ ਨੂੰ ਜ਼ਰੂਰਤ ਹੁੰਦੀ ਹੈ। ਭਾਰਤ ਦੇ ਮਿਜ਼ੋਰਮ, ਅਸਾਮ ਅਤੇ ਗੁਆਂਢੀ ਰਾਜ ਯਾਨੀ ਕਿ ਉੱਤਰ ਪੂਰਬ ਭਾਰਤ ਦੇ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਨੂੰ ਝੁੰਮਿੰਗ ਖੇਤੀ ਵੀ ਕਹਿੰਦੇ ਹਨ। ਇਹ ਵੱਖਰੇ ਖੇਤਰਾਂ ਦੇ ਵਿੱਚ ਇਹਦੇ ਵੱਖਰਾ ਨਾਮ ਹੈ, ਜਿਵੇਂ ਕਿ ਆਪਾਂ ਦੇਖ ਰਹੇ ਹਾਂ। ਇਸ ਖੇਤੀ ਨੂੰ ਮੈਕਸੀਕੋ ਦੇ ਸੈਂਟਰਲ ਅਮਰੀਕਾ ਦੇ ਵਿੱਚ ਇਸ ਨੂੰ ਮਿਲਪਾ ਵੀ ਕਹਿੰਦੇ ਹਨ। ਬ੍ਰਾਜ਼ੀਲ ਦੇ ਵਿੱਚ ਇਹਨੂੰ ਰੋਕਾ ਕਹਿੰਦੇ ਹਨ। ਸੈਂਟਰਲ ਏਸ਼ੀਆ ਵਿੱਚ ਇਹਨੂੰ ਮੌਸਲ ਬੋਲਦੇ ਹੈ। ਲਦਾਂਗ ਇਸ ਨੂੰ ਇੰਡੋਨੇਸ਼ੀਆ ਦੇ ਵਿੱਚ ਬੋਲਦੇ ਹੈ। ਰੇ ਵੀਅਤਨਾਮ ਦੇ ਵਿੱਚ ਬੋਲਦੇ ਹੈ। ਬਿਵਾਰ ਅਤੇ ਦਈਆ ਮੱਧ ਪ੍ਰਦੇਸ਼ ਦੇ ਵਿੱਚ ਬੋਲਦੇ ਹੈ। ਪੋਡੂ ਅਤੇ ਪਿੰਡਾ ਇਸ ਨੂੰ ਆਂਧਰਾ ਪ੍ਰਦੇਸ਼ ਦੇ ਵਿੱਚ ਹੈ। ਪੰਮਾਡਾਬੀ, ਕੋਮਨ, ਬਰਿੰਗਾ, ਇਹ ਕਈ ਨਾਮ ਹੈ ਇਹਦੇ ਵਿੱਚ ਉੜੀਸਾ ਦੇ ਵਿੱਚ ਹੈ। ਕੁਮਾਰੀ ਇਹਦੇ ਵੈਸਟਰਨ ਘਾਟ ਦੇ ਵਿੱਚ ਹੈ। ਵਾਲਰਾ ਸਾਊਥ ਈਸਟ ਰਾਜਸਥਾਨ ਦੇ ਵਿੱਚ ਹੈ। ਖਿਲੇ ਨੂੰ ਹਿਮਾਲਿਆ ਬੈਲਟ ਦੇ ਵਿੱਚ ਬੋਲਦੇ ਹੈ। ਕਰੂਵਾ ਇਹਨੂੰ ਝਾਰਖੰਡ ਦੇ ਵਿੱਚ। ਵੱਖਰੇ ਨਾਮ ਹੈ। ਕਿਸੇ ਵੀ ਨਾਮ ਦਾ ਤੁਹਾਨੂੰ ਇਹ ਪੁੱਛ ਸਕਦੇ ਹੈ ਵੀ ਇਸ ਖੇਤੀ ਦਾ ਜਿਹੜਾ ਫਲਾਣੇ ਜਿਹੜਾ ਸਟੇਟ ਹੈ ਜਾਂ ਸੂਬਾ ਹੈ ਉਹਦੇ ਵਿੱਚ ਇਸ ਖੇਤੀ ਨੂੰ ਕੀ ਕਹਿੰਦੇ ਹੈ। 4 ਆਪਸ਼ਨ ਦਿੱਤੇ ਜਾ ਸਕਦੇ ਹੈ। ਇਸ ਖਾਤਰ ਇੰਪੋਰਟੈਂਟ ਕੁਐਸਚਨ ਹੈ, ਇਸ ਨੂੰ ਤੁਸੀਂ ਯਾਦ ਕਰ ਲੈਣਾ ਬੇਟਾ। ਇਹ ਖੇਤੀ ਜਿਹੜਾ ਪੁਰਾਤਨ ਨਿਰਵਾਹ ਖੇਤੀ ਹੈ, ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕਹਿ ਸਕਦੇ ਹਾਂ ਜਿਵੇਂ ਪ੍ਰੀਮੇਟਿਵ ਸਬਸਿਸਟੈਂਸ ਫਾਰਮਿੰਗ ਹੈ। ਇਹ ਸਾਰੀ ਹੀ ਜਿਹੜੀ ਖੇਤੀ ਸੀ ਪੁਰਾਣੇ ਔਜ਼ਾਰਾਂ, ਸਿੰਪਲ ਟੂਲਸ ਜਿਹੜੇ ਸੀਗੇ। ਪੁਰਾਣੇ ਔਜ਼ਾਰ ਤੋਂ ਭਾਵ ਹੈ ਕਿ ਹਲ ਹੁੰਦੇ ਸੀਗੇ, ਬਲਦਾਂ ਰਾਹੀਂ ਖੇਤੀ ਹੁੰਦੀ ਸੀ, ਹੱਥਾਂ ਰਾਹੀਂ ਖੇਤੀ ਕਰਦੇ ਹੁੰਦੇ ਸੀ, ਛੋਟੇ ਖੇਤਰ ਹੁੰਦੇ ਸੀਗੇ ਅਤੇ ਨੈਚੁਰਲ ਫਰਟੀਲਿਟੀ 'ਤੇ ਹੀ ਡਿਪੈਂਡ ਹੁੰਦੇ ਸੀ। ਜ਼ਮੀਨ ਦੀ ਜਿਹੜੀ ਪ੍ਰਾਕ੍ਰਿਤਿਕ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਉਹ 'ਤੇ ਹੀ ਆਧਾਰਿਤ ਹੁੰਦੀ ਸੀਗੀ। ਇਹਦੇ ਵਿੱਚ ਕਿਸੇ ਪ੍ਰਕਾਰ ਦਾ ਪੈਸਟੀਸਾਈਡ ਜਾਂ ਕੀੜੇਮਾਰ ਦਵਾਈਆਂ ਦਾ ਉਪਯੋਗ ਨਹੀਂ ਕੀਤਾ ਜਾਂਦਾ ਸੀਗਾ, ਕਿਉਂਕਿ ਉਸ ਸਮੇਂ ਦੇ ਵਿੱਚ ਕਿਸੇ ਨੂੰ ਇਸ ਦੇ ਬਾਰੇ ਕੋਈ ਗਿਆਨ ਨਹੀਂ ਸੀਗਾ। ਫਿਰ ਇੰਟੈਂਸਿਵ ਸਬਸਿਸਟੈਂਸ ਫਾਰਮਿੰਗ ਆਉਂਦਾ ਹੈ।
ਇਹ ਉਹਦਾ ਥੋੜ੍ਹਾ ਜਿਹਾ ਬਦਲਿਆ ਹੋਇਆ ਰੂਪ ਹੈ, ਉਹਦਾ ਥੋੜ੍ਹਾ ਜਿਹਾ ਵੱਡਾ ਰੂਪ ਕਹਿ ਸਕਦੇ ਹਾਂ। ਇਹਦੇ ਵਿੱਚ ਜਿੱਥੇ ਪੋਪੂਲੇਸ਼ਨ ਜ਼ਿਆਦਾ ਹੁੰਦੀ ਸੀਗੀ ਉਸ ਖੇਤਰਾਂ ਦੇ ਵਿੱਚ ਇਹ ਖੇਤੀ ਨੂੰ ਕੀਤਾ ਜਾਂਦਾ ਸੀਗਾ। ਫਿਰ ਆਉਂਦਾ ਹੈ ਆਰਗੈਨਿਕ ਫਾਰਮਿੰਗ, ਜੈਵਿਕ ਖੇਤੀ। ਮਿੱਟੀਆਂ ਨੂੰ ਨੁਕਸਾਨ ਪਹੁੰਚਾਏ ਬਗੈਰ ਕੀਤੀ ਜਾਣ ਵਾਲੀ ਖੇਤੀ ਨੂੰ ਜੈਵਿਕ ਖੇਤੀ ਕਹਾਂਗੇ। ਇਸ ਖੇਤੀ ਦੇ ਵਿੱਚ ਬੇਟਾ ਕਿਸੇ ਪ੍ਰਕਾਰ ਦੇ ਰਸਾਇਣਿਕ ਖਾਦ ਜਾਂ ਕੀੜੇਮਾਰ ਦਵਾਈਆਂ ਦੀ ਉਪਯੋਗ ਨਹੀਂ ਕੀਤਾ ਜਾਂਦਾ। ਇਹਦੇ ਵਿੱਚ ਸਿਰਫ ਜੈਵਿਕ ਕਚਰਾ, ਜੈਵਿਕ ਖਾਦਾਂ ਜਾਂ ਜੈਵਿਕ ਸਮੱਗਰੀ ਜਿਵੇਂ ਗੋਬਰ ਖਾਦ ਹੋ ਗਿਆ ਜਾਂ ਹੋਰ ਕੈਂਚੂਆ ਖਾਦ ਹੋ ਗਈ, ਇਹ ਜੀ ਖਾਦਾਂ ਦਾ ਵਰਤਮਾਨ ਦੇ ਵਿੱਚ ਉਪਯੋਗ ਕੀਤਾ ਜਾਂਦਾ ਹੈ। ਅਤੇ ਨਾਲੇ ਇਹ ਖੇਤੀ ਮਨੁੱਖ ਦੇ ਸਵਾਸਥ ਲਈ ਬਹੁਤ ਹੀ ਉਪਯੋਗੀ ਹੈ। ਵਰਤਮਾਨ ਦੇ ਵਿੱਚ ਮਨੁੱਖ ਇਸ ਖੇਤੀ ਨੂੰ ਲਾਉਣਾ ਚਾਹੁੰਦਾ ਹੈ ਪਰ ਉਹ ਲਗਾ ਨਹੀਂ ਸਕਦਾ, ਕਿਉਂਕਿ ਇਹਦੀ ਝਾੜ ਜਿਹੜਾ ਪ੍ਰਤੀ ਹੈਕਟਰ ਜਿਹੜੀ ਹੈ ਉਪਜ ਹੈ ਬਹੁਤ ਘੱਟ ਹੁੰਦੀ ਹੈ। ਇਹ ਜਿੰਨੀ ਮੰਗ ਹੁੰਦੀ ਹੈ ਉਸ ਖੇਤਰਾਂ ਦੇ ਅਨੁਸਾਰ ਹੀ ਇਸ ਨੂੰ ਲਗਾਇਆ ਜਾਂਦਾ ਹੈ। ਅਤੇ ਇਸ ਦੀ ਜਿਹੜੀ ਫਸਲ ਹੁੰਦੀ ਹੈ ਇਹਦੀ ਅੱਜ ਵਰਤਮਾਨ ਦੇ ਵਿੱਚ ਮੰਗ ਵੀ ਬਹੁਤ ਹੈ ਅਤੇ ਕਿਸਾਨ ਨੂੰ ਜਿੰਨਾ ਰੇਟ ਮੰਗਦਾ ਹੈ ਉਸ ਦਾ ਉਪਜ ਦਾ ਉਨਾ ਹੀ ਉਸ ਨੂੰ ਮਿਲਦਾ ਹੈ, ਕਿਉਂਕਿ ਇਹ ਬਹੁਤ ਘੱਟ ਖੇਤਰ ਦੇ ਵਿੱਚ ਉਗਾਈ ਜਾਂਦੀ ਹੈ। ਅਤੇ ਕਿਸਾਨ ਜਦੋਂ ਵੀ ਖੇਤੀ ਨੂੰ ਲਾਉਂਦਾ ਹੈ ਉਸ ਨੂੰ ਖੇਤੀ ਪ੍ਰਾਪਤ ਹੋਣ, ਉਪਜ ਪ੍ਰਾਪਤ ਹੋਣ ਤੋਂ ਪਹਿਲਾਂ ਹੀ ਉਹਦੀ ਜਿਹੜੀ ਖੇਤੀ ਹੈ, ਉਹਦੀ ਜਿਹੜੀ ਫਸਲ ਹੈ ਉਹ ਵਿਕ ਜਾਂਦੀ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜਾ ਮਨੁੱਖ ਹੈ ਆਪਦੇ ਸਵਾਸਥ ਦੇ ਪ੍ਰਤੀ ਬੜਾ ਹੀ ਜਾਗਰੂਕ ਹੋ ਰਿਹਾ ਹੈ। ਜਾਗਰੂਕ ਜਿਹੜਾ ਮਨੁੱਖ ਹੈਗਾ, ਘਰੋਂ ਚੰਗਾ ਹੈਗਾ, ਆਰਥਿਕ ਸਥਿਤੀ ਉਹਦੀ ਠੀਕ ਹੈ, ਅਤੇ ਉਹ ਮੇਰੇ ਖਿਆਲ ਦੇ ਵਿੱਚ ਇਹ ਆਰਗੈਨਿਕ ਫਾਰਮਿੰਗ ਜਿਹੜੀ ਖੇਤੀ ਹੈ ਉਸ ਨੂੰ ਹੀ ਅਪਣਾਏਗਾ, ਉਸ ਨੂੰ ਹੀ ਖਰੀਦੇਗਾ। ਅਤੇ ਜਿਨ੍ਹਾਂ ਕਿਸਾਨਾਂ ਦੇ ਕੋਲੇ ਜ਼ਮੀਨ ਚੰਗੀ ਹੈ ਕੁਝ ਹਿੱਸਾ ਉਹ ਆਰਗੈਨਿਕ ਫਾਰਮਿੰਗ ਵੀ ਲਾਉਂਦੇ ਹੈ। ਫਿਰ ਬੇਟਾ ਆਉਂਦਾ ਹੈ ਕਿ ਸੰਘਣੀ ਖੇਤੀ, ਇੰਟੈਂਸ਼ਨ ਫਾਰਮਿੰਗ। ਇਸ ਪ੍ਰਕਾਰ ਦੀ ਖੇਤੀ ਬਹੁਤ ਜ਼ਿਆਦਾ ਸਿੰਚਾਈ ਵਾਲੇ ਖੇਤਰਾਂ ਦੇ ਵਿੱਚ ਜਿੱਥੇ ਖਾਦਾਂ, ਪੈਸਟੀਸਾਈਡ ਵੱਡੇ ਪੱਧਰ 'ਤੇ ਉਪਯੋਗ ਕੀਤੀਆਂ ਜਾਂਦੀਆਂ ਹਨ ਉੱਥੇ ਇਹ ਖੇਤੀ ਕੀਤੀ ਜਾਂਦੀ ਹੈ। ਜਿਵੇਂ ਕਿ ਸ਼ਬਦ ਤੋਂ ਹੈ ਕਿ ਸੰਘਣੇ ਖੇਤਰ ਦੇ ਵਿੱਚ ਜਿੱਥੇ ਸੰਘਣੀ ਖੇਤੀ ਬਹੁਤ ਵੱਡੇ ਪੱਧਰ 'ਤੇ ਖੇਤੀ ਕੀਤੀ ਜਾਂਦੀ ਹੈ। ਇਸ ਜਿਹੜੀ ਉਪਜ ਪ੍ਰਾਪਤ ਹੁੰਦੀ ਹੈ ਇਸ ਫਸਲ ਤੋਂ ਉਹ ਜ਼ਿਆਦਾਤਰ ਉਦਯੋਗਿਕ ਖੇਤਰਾਂ ਦੇ ਲਈ ਹੁੰਦੀ ਹੈ, ਜਿਵੇਂ ਗੰਨਾ ਹੋ ਗਿਆ, ਕਪਾਹ ਹੋ ਗਈ, ਚੌਲ ਹੋ ਗਏ। ਇਹ ਜ਼ਿਆਦਾਤਰ ਉਦਯੋਗਿਕ ਖੇਤਰਾਂ ਦੇ ਵਿੱਚ ਉਹਨੂੰ ਪਹੁੰਚਾਇਆ ਜਾਂਦਾ ਹੈ। ਇਹਦਾ ਮੁੱਖ ਉਦੇਸ਼ ਕੀ ਹੁੰਦਾ ਹੈ, ਇਸ ਨੂੰ ਆਪਾਂ ਕਹਿ ਸਕਦੇ ਹਾਂ ਇਹ ਉਦਯੋਗਿਕ ਖੇਤੀ ਹੈ। ਭਾਰਤ ਸਰਕਾਰ ਨੇ 1961 ਦੇ ਵਿੱਚ ਇੰਟੈਂਸਿਵ ਐਗਰੀਕਲਚਰ ਡਿਵੈਲਪਮੈਂਟ ਪ੍ਰੋਗਰਾਮ ਲਾਂਚ ਕੀਤਾ ਸੀਗਾ। ਜਿਵੇਂ ਕਿ ਪਹਿਲੀ 2 ਸੰਸਥਾਵਾਂ ਸਥਾਪਿਤ ਕੀਤੀਆਂ ਸੀ। ਉਹਦਾ ਮੁੱਖ ਉਦੇਸ਼ ਹੁੰਦਾ ਸੀਗਾ ਕਿਸਾਨਾਂ ਨੂੰ ਰਿਣ ਉਪਲਬਧ ਕਰਾਉਣਾ, ਆਮ ਕਿਸਾਨ ਨੂੰ, ਅਤੇ ਦੂਜਾ ਸੀ ਉਹਨੂੰ ਜਾਗਰੂਕ ਕਰਨਾ। ਇਹ ਜਿਹੜਾ ਸੀਗਾ ਕਿਸਾਨ, ਇਹਦੇ ਵਿੱਚ ਜਿਹੜੇ ਸੰਘਣੀ ਖੇਤੀ ਦੇ ਲਈ ਉਸ ਨੂੰ ਪ੍ਰੋਗਰਾਮ ਲਾਂਚ ਕੀਤਾ ਸੀ, ਜਿਹਦੇ ਵਿੱਚ ਕਿਸਾਨਾਂ ਨੂੰ ਸਸਤੇ ਲੋਨ ਕਿਹਦੇ ਲਈ ਦੇਣਾ, ਖਾਦ ਦੇ ਲਈ ਦੇਣਾ, ਉਹਨੂੰ ਪੈਸਟੀਸਾਈਡ ਦੇ ਲਈ ਦੇਣਾ। ਜੇ ਚੰਗੀ ਪੈਸਟੀਸਾਈਡ ਅਤੇ ਖਾਦ ਉਹ ਯੂਜ਼ ਕਰਨਗੇ, ਚੰਗੇ ਬੀਜ ਯੂਜ਼ ਕਰਨਗੇ, ਅਤੇ ਉਹ ਸੰਘਣੀ ਖੇਤੀ ਹੈ ਜਿਹੜੀ ਉਦਯੋਗਿਕ ਖੇਤੀ ਹੈ ਉਹਨੂੰ ਮੁਨਾਫਾ ਸਰਕਾਰ ਨੂੰ ਵੀ ਹੋਏਗਾ, ਅਤੇ ਦੂਜੀ ਗੱਲ ਉਸ ਨੂੰ ਜਿਹੜਾ ਖੇਤੀ ਕਰ ਰਿਹਾ, ਅਪਣਾ ਰਿਹਾ, ਉਹ ਵਿਧੀ ਅਪਣਾ ਰਿਹਾ ਹੈ ਸੰਘਣੀ ਖੇਤੀ ਦੀ, ਉਸ ਨੂੰ ਵੀ ਇਸ ਚੀਜ਼ ਦਾ ਲਾਭ ਪ੍ਰਾਪਤ ਹੋਏਗਾ। ਫਿਰ ਆਉਂਦਾ ਬੇਟਾ ਪੌੜੀਦਾਰ ਖੇਤੀ, ਟੈਰਸ ਫਾਰਮਿੰਗ। ਇਹ ਜਿਹੜੀ ਖੇਤੀ ਹੈ ਪਰਬਤੀ ਖੇਤਰਾਂ ਦੇ ਵਿੱਚ, ਪਹਾੜੀ ਖੇਤਰਾਂ ਦੇ ਵਿੱਚ ਇਹ ਖੇਤੀ ਕੀਤੀ ਜਾਂਦੀ ਹੈ। ਇਸ ਖੇਤੀ ਦੇ ਵਿੱਚ ਬੇਟਾ ਇੱਕ ਗੱਲ ਦਾ ਸਪੈਸ਼ਲ ਧਿਆਨ ਰੱਖਣਾ ਪੈਂਦਾ ਹੈ ਕਿ ਕਿਸੇ ਵੀ ਪ੍ਰਾਇਮਰੀ ਆਪਦਾ ਦੇ ਕਾਰਨ ਜਾਂ ਲੈਂਡਸਲਾਈਡ ਦੇ ਕਾਰਨ ਉਹਨਾਂ ਦੇ ਵਿੱਚ ਮਿੱਟੀ ਦਾ ਅਪਰਦਨ ਨਹੀਂ ਹੋਣਾ ਚਾਹੀਦਾ। ਜੇ ਮਿੱਟੀ ਦਾ ਅਪਰਦਨ ਹੋ ਗਿਆ, ਉਹਨਾਂ ਦੀ ਫਸਲ ਜਿਹੜਾ ਕਿਸਾਨ ਉੱਥੇ ਲਗਾ ਰਿਹਾ ਹੈ ਉਸ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ, ਉਹਦੀ ਆਰਥਿਕ ਸਥਿਤੀ ਉਹਦੇ ਨਾਲ ਵਿਗੜ ਸਕਦੀ ਹੈ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਪੈਂਦਾ ਹੈ ਕਿ ਉਸ ਨੂੰ ਉਹਦੇ ਵਿੱਚ, ਉਸ ਖੇਤੀ ਦੇ ਵਿੱਚ ਮਿੱਟੀ ਦਾ ਅਪਰਦਨ ਨਾ ਹੋਏ। ਫਿਰ ਆਉਂਦਾ ਹੈ ਕਿ ਪਲਾਂਟੇਸ਼ਨ ਫਾਰਮਿੰਗ, ਬਗਾਤੀ ਖੇਤੀ। ਇਸ ਪ੍ਰਕਾਰ ਦੀ ਖੇਤੀ ਬੇਟਾ ਬਹੁਤ ਹੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਇਸ ਇੱਕ ਕੰਪਨੀ ਦੁਆਰਾ ਕੀਤੀ ਜਾਂਦੀ ਹੈ। ਇਹਦੇ ਵਿੱਚ ਹਰ ਖੇਤਰ ਦੇ ਵਿੱਚ ਇਹਦੀ ਫਸਲ ਲਾਉਣ ਨੂੰ ਲੈ ਕੇ ਉਹਨੂੰ ਵੱਢਣ ਤੱਕ, ਜਿਹੜੀ ਫਸਲ ਲਾਉਣ ਤੋਂ ਵੱਢਣ ਤੱਕ ਜਿਹੜਾ ਪ੍ਰੋਸੈਸ ਹੁੰਦਾ ਹੈ ਉਹਦੇ ਵਿੱਚ ਸਾਰੇ ਹੀ ਜਿਹੜੇ ਐਕਸਪਰਟ ਹੁੰਦੇ ਆ, ਜਿਹੜੇ ਜਾਂ ਕਹਿ ਸਕਦੇ ਹਾਂ ਸਿੱਖਿਅਤ ਤੇ ਅਸਿੱਖਿਅਤ ਮਜ਼ਦੂਰਾਂ ਦੀ ਜ਼ਰੂਰਤ ਹੁੰਦੀ ਹੈ। ਇਹਦੇ ਵਿੱਚ ਮਸ਼ੀਨੀਕਰਨ ਹੁੰਦਾ ਹੈ ਅਤੇ ਵਿਗਿਆਨਿਕ ਵਿਧੀ ਰਾਹੀਂ ਖੇਤੀ ਕੀਤੀ ਜਾਂਦੀ ਹੈ,
ਜਿਹਦੇ ਕਾਰਨ ਕੀ ਹੋਏਗੀ, ਜਿਹੜੀ ਵੀ ਕੰਪਨੀ ਇਸ ਫਸਲ ਨੂੰ ਉਗਾ ਰਹੀ ਹੈ, ਇਹਨੂੰ ਲਗਾ ਰਹੀ ਹੈ, ਉਹਦਾ ਇੱਕ ਹੀ ਉਦੇਸ਼ ਹੁੰਦਾ ਹੈ ਕਿ ਵਪਾਰ, ਉਹ ਵਪਾਰ ਵੀ ਉਹੀ ਵਪਾਰ ਜਿਹਦੇ ਵਿੱਚੋਂ ਵੱਧ ਤੋਂ ਵੱਧ ਉਸ ਨੂੰ ਲਾਭ ਪ੍ਰਾਪਤ ਹੋਏ। ਤੇ ਇਹਦੇ ਵਿੱਚ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਜਾਂਦਾ ਹੈ ਕਿ ਇਹਦੇ ਵਿੱਚ ਜਿਹੜਾ ਉੱਚ ਸਤਰੀ ਪ੍ਰਬੰਧਕੀ ਵਿਵਸਥਾ ਹੋਣਾ ਬਹੁਤ ਜ਼ਰੂਰੀ ਹੈ। ਪ੍ਰਬੰਧਨ ਦੇ ਵਿੱਚ ਅਗਰ ਕੋਈ ਕਮੀ ਆ ਜਾਂਦੀ ਹੈ ਤੇ ਇਹ ਸਾਰੀ ਹੀ ਫਸਲ ਨੂੰ ਨੁਕਸਾਨ ਹੋ ਸਕਦਾ ਹੈ। ਇਸ ਖਾਤਰ ਪ੍ਰਬੰਧਨ ਜਿਹੜਾ ਹੈ, ਮੈਨੇਜਮੈਂਟ ਬਹੁਤ ਅੱਛਾ ਹੋਣਾ ਚਾਹੀਦਾ ਹੈ। ਫਿਰ ਆਉਂਦਾ ਹੈ ਮਿਸ਼ਰਿਤ ਖੇਤੀ। ਫਸਲਾਂ ਦੇ ਨਾਲ ਨਾਲ ਪਸ਼ੂ ਪਾਲਣ ਕਰਨਾ ਹੀ ਮਿਸ਼ਰਿਤ ਖੇਤੀ ਹੈ। ਤੁਹਾਡੇ ਕੁਐਸਚਨ ਆ ਜੇ, ਤੁਸੀਂ ਇੱਕ ਲਾਈਨ ਦੇ ਵਿੱਚ ਹੀ ਉੱਤਰ ਦੇਣਾ ਇਹਦਾ। ਫਸਲਾਂ ਦੇ ਨਾਲ ਪਸ਼ੂ ਪਾਲਣ ਕਰਨਾ ਹੀ ਮਿਸ਼ਰਿਤ ਖੇਤੀ ਹੈ। ਪਸ਼ੂ ਪਾਲਣ ਦੇ ਵਿੱਚ ਆਪਾਂ ਸੂਰ ਪਾਲਣ ਵੀ ਕਰ ਸਕਦੇ ਹਾਂ, ਮੁਰਗੀ ਪਾਲਣ ਵੀ ਕਰ ਸਕਦੇ ਹਾਂ, ਮਧੂਮੱਖੀ ਪਾਲਣ ਵੀ ਕਰ ਸਕਦੇ ਹਾਂ। ਬਹੁਤ ਇਹ ਜਿਹੜੇ ਖੇਤੀ ਦੇ ਨਾਲ ਹੋਰ ਸਹਾਇਕ ਧੰਦੇ ਹੈ ਉਹ ਕੀਤੇ ਜਾ ਸਕਦੇ ਹੈ। ਇਹ ਜਿਹੜੀ ਖੇਤੀ ਹੈ ਬੇਟਾ, ਇਹ ਜ਼ਿਆਦਾਤਰ ਜਿਹੜੇ ਹੈ ਨਗਰ ਜਾਂ ਸ਼ਹਿਰ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹੀ ਕੀਤੇ ਜਾਂਦੇ ਹੈ, ਜਿਹਦੇ ਕਾਰਨ ਕੀ ਹੈ ਕਿ ਇਸ ਨੂੰ ਛੇਤੀ ਤੋਂ ਛੇਤੀ ਜਿਹੜਾ ਉਹਨਾਂ ਦੀ ਮੰਗ ਦੇ ਅਨੁਸਾਰ ਛੇਤੀ ਤੋਂ ਛੇਤੀ ਉਹਨੂੰ ਪਹੁੰਚਾਇਆ ਜਾ ਸਕੇ। ਜਿੰਨੀ ਉਸ ਖੇਤਰ ਦੀ ਮੰਗ ਹੋਏਗੀ ਉਹੀ ਇਹਨਾਂ ਦੇ ਵਿੱਚ ਸਹਾਇਕ ਧੰਦਾ ਉਸ ਨੂੰ ਲਗਾਇਆ ਜਾਂਦਾ ਹੈ। ਇਹਦੇ ਵਿੱਚ ਵੀ ਕੁਸ਼ਲ ਪ੍ਰਬੰਧਨ ਦੀ ਬਹੁਤ ਜ਼ਰੂਰਤ ਹੈ, ਐਕਸਪਰਟ ਦੀ ਜ਼ਰੂਰਤ ਹੁੰਦੀ ਹੈ। ਫਿਰ ਆਉਂਦਾ ਕਿ ਬੇਟਾ ਡੇਅਰੀ ਫਾਰਮਿੰਗ। ਉਦਯੋਗਿਕ ਖੇਤਰਾਂ ਵਿੱਚ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਡੇਅਰੀ ਉਤਪਾਦ ਨੂੰ ਸ਼ਹਿਰੀ ਖੇਤਰਾਂ ਦੇ ਵਿੱਚ ਪਹੁੰਚਾਉਣ ਦੇ ਲਈ ਇਹ ਜ਼ਿਆਦਾਤਰ ਸ਼ਹਿਰਾਂ ਦੇ ਆਸ-ਪਾਸ ਖੇਤਰਾਂ ਦੇ ਵਿੱਚ ਹੀ ਖੇਤੀ, ਇਹ ਵਿਧੀ ਜਿਹੜੀ ਹੈ ਡੇਅਰੀ ਫਾਰਮਿੰਗ ਅਪਣਾਈ ਜਾਂਦੀ ਹੈ, ਉੱਥੇ ਹੀ ਕੀਤਾ ਜਾਂਦਾ ਹੈ। ਇਹਦੇ ਵਿੱਚ ਵੀ ਜਿਵੇਂ ਆਪਾਂ ਪਲਾਂਟੇਸ਼ਨ ਫਾਰਮਿੰਗ ਦੇ ਵਿੱਚ ਪੜ੍ਹਿਆ ਸੀਗਾ, ਮਿਕਸਡ ਫਾਰਮਿੰਗ ਦੇ ਵਿੱਚ ਪੜ੍ਹਿਆ ਸੀਗਾ ਵੀ ਕੁਸ਼ਲ ਪ੍ਰਬੰਧਨ ਦੀ ਜ਼ਰੂਰਤ ਹੁੰਦੀ ਹੈ। ਇਹਦੇ ਵਿੱਚ ਵੀ ਜਿਹੜੇ ਵੀ ਸਿੱਖਿਅਤ ਤੇ ਅਸਿੱਖਿਅਤ ਮਜ਼ਦੂਰ ਹੈ, ਇਹਦੇ ਵਿੱਚ ਵੀ ਮਸ਼ੀਨੀਕਰਨ ਦਾ ਉਪਯੋਗ ਹੁੰਦਾ ਹੈ, ਕੁਸ਼ਲ ਪ੍ਰਬੰਧਨ ਦਾ ਹੁੰਦਾ ਹੈ। ਇਹ ਸਾਰੇ ਹੀ ਜਿੰਨੀ ਹੀ ਵੱਡੀ ਖੇਤੀ ਹੋਏਗੀ ਉਹਦੇ ਲਈ ਓਨਾ ਹੀ ਕੁਸ਼ਲ ਪ੍ਰਬੰਧਨ ਦਾ ਜ਼ਰੂਰਤ ਹੋਏਗੀ, ਓਨੀ ਹੀ ਉਹਦੀ ਆਵਸ਼ਕਤਾ ਹੋਏਗੀ। ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਮਸ਼ੀਨੀਕਰਨ, ਵੱਡੇ ਵੱਡੇ ਜਿਹੜੇ ਫਾਰਮ ਹੈ ਉਹਨਾਂ ਵਿੱਚ ਗਾਈਆਂ ਮੱਝਾਂ ਦੇ ਦੁੱਧ ਕੱਢਣ ਦੇ ਲਈ ਤੇ ਉਸ ਨੂੰ ਉਦੋਂ ਹੋਰ ਜਿਹੜਾ ਹੈ ਦੁੱਧ ਤੋਂ ਬਣਨ ਵਾਲੀਆਂ ਜਿਹੜੀਆਂ ਵਸਤੂਆਂ ਹੈਗੀਆਂ, ਚੀਜ਼ਾਂ ਹੈਗੀਆਂ, ਉਹ ਬਣਾਉਣ ਦੇ ਲਈ ਵੀ ਮਸ਼ੀਨਾਂ ਦਾ ਹੀ ਉਪਯੋਗ ਕੀਤਾ ਜਾਂਦਾ ਹੈ। ਉਸ ਨੂੰ ਦੁੱਧ ਨੂੰ ਪੂਰਾ ਪੈਕਿੰਗ ਕਰਨ ਤੱਕ ਸਾਰਾ ਹੀ ਮਸ਼ੀਨਾਂ ਰਾਹੀਂ ਉਪਯੋਗ ਕੀਤਾ ਜਾਂਦਾ ਹੈ। ਉਸ ਨੂੰ ਸ਼ਹਿਰੀ ਖੇਤਰਾਂ ਤੱਕ ਪਹੁੰਚਾਉਣ ਦੇ ਲਈ ਇੱਕ ਕੁਸ਼ਲ ਪ੍ਰਬੰਧਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਡੇਅਰੀ ਫਾਰਮਿੰਗ ਦੇ ਵਿੱਚ। ਫਿਰ ਬੇਟਾ ਆਉਂਦਾ ਹੈ ਕਿ ਡਰਾਈ ਫਾਰਮਿੰਗ, ਸੁੱਕੀ ਖੇਤੀ। ਸਿੰਚਾਈ ਤੋਂ ਬਿਨਾਂ ਕੀਤੀ ਜਾਣ ਵਾਲੀ ਖੇਤੀ ਨੂੰ ਡਰਾਈ ਫਾਰਮਿੰਗ ਕਹਾਂਗੇ। ਇਹ ਬੇਟਾ ਉਹ ਖੇਤਰਾਂ ਦੇ ਵਿੱਚ ਕੀਤੀ ਜਾਂਦੀ ਹੈ ਜਿੱਥੇ ਸਾਲਾਨਾ ਵਰਖਾ 50 ਸੈਂਟੀਮੀਟਰ ਜਾਂ ਇਸ ਤੋਂ ਘੱਟ ਹੋਏ, ਉੱਥੇ ਇਹ ਵਰਖਾ ਕੀਤੀ ਜਾਂਦੀ ਹੈ। ਜ਼ਿਆਦਾਤਰ ਇਹ ਖੇਤੀ ਬੇਟਾ ਉੱਥੇ ਕੀਤੀ ਜਾਂਦੀ ਹੈ ਜਿੱਥੇ ਮਰੂਥਲੀ ਖੇਤਰ ਦੇ ਵਿੱਚ ਆਪਾਂ ਕਹਿ ਸਕਦੇ ਹਾਂ, ਜਿਵੇਂ ਰਾਜਸਥਾਨ ਦੇ ਪੱਛਮੀ ਭਾਗ ਦੇ ਵਿੱਚ ਕੀਤੀ ਜਾਂਦੀ ਹੈ, ਤੇ ਆਪਾਂ ਕਹਿ ਸਕਦੇ ਹਾਂ ਗੁਜਰਾਤ ਦੇ ਵਿੱਚ ਵੀ ਇਹ ਕੀਤੀ ਜਾਂਦੀ ਹੈ। ਕੁਝ ਖੇਤਰ ਜਿੱਥੇ ਵਰਖਾ ਤੇ ਆਧਾਰਿਤ ਹੁੰਦੀ ਹੈ ਇਹ ਫਸਲ, ਸਿਰਫ ਉਸ ਥਾਂ ਤੇ ਇਸ ਪ੍ਰਕਾਰ ਦੀ ਖੇਤੀ ਕੀਤੀ ਜਾਂਦੀ ਹੈ। ਸਥਾਨ ਬਦਲਵੀਂ ਖੇਤੀ, ਸ਼ਿਫਟਿੰਗ ਫਾਰਮਿੰਗ, ਇਹ ਨਿਰਵਾਹ ਖੇਤੀ ਦਾ ਹੀ ਬੇਟਾ ਇੱਕ ਰੂਪ ਹੈ। ਇਹਦੇ ਵਿੱਚ ਆਦਮਜਾਤ ਖੇਤੀ ਦਾ ਇੱਕ ਰੂਪ ਹੈ। ਇਹਦੇ ਵਿੱਚ ਜੰਗਲਾਂ ਨੂੰ ਸਾਫ਼ ਕਰਕੇ ਬਣਾਵਟੀ ਸਾਧਨਾਂ ਰਾਹੀਂ ਮਨੁੱਖ ਕੀ ਹੈ ਦਰਖਤਾਂ ਨੂੰ ਕੱਟ ਕੇ, ਅੱਗ ਲਾ ਕੇ, ਭੂਮੀ ਨੂੰ ਸਾਫ਼ ਕਰਕੇ ਪੁਰਾਣੇ ਔਜ਼ਾਰਾਂ ਰਾਹੀਂ ਖੇਤੀ ਕੀਤੀ ਜਾਂਦੀ ਸੀਗੀ। ਇਹਨੂੰ ਸਲੈਸ਼ ਐਂਡ ਬਰਨ ਫਾਰਮਿੰਗ ਵੀ ਕਹਿੰਦੇ ਹਨ। ਇਹ ਖੇਤੀ ਜਿਹੜਾ ਹੈ ਪੁਰਾਣੀ ਖੇਤੀ ਦਾ ਇੱਕ ਰੂਪ ਹੈ, ਜਿਵੇਂ ਕਿ ਪਹਿਲਾਂ ਆਪਾਂ ਨਿਰਵਾਹ ਖੇਤੀ ਦੇ ਵਿੱਚ ਪੜ੍ਹ ਚੁੱਕੇ ਹਾਂ। ਉਹੀ ਸਥਾਨ ਬਦਲਵੀਂ ਖੇਤੀ ਦਾ ਇੱਕ ਸ਼ਿਫਟਿੰਗ ਫਾਰਮਿੰਗ ਇੱਕ ਰੂਪ ਹੈ। ਉਮੀਦ ਰੱਖਦਾ ਹਾਂ ਬੇਟਾ ਅੱਜ ਦਾ ਤੁਹਾਨੂੰ ਲੈਕਚਰ ਪਸੰਦ ਆਇਆ ਹੋਵੇਗਾ ਤੇ ਇਸ ਨੂੰ ਨਮਸਤੇ ਜਿਓਗ੍ਰਾਫੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਸ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਲਾਈਕ ਕਰੋ। ਬਹੁਤ ਬਹੁਤ ਧੰਨਵਾਦ। ਥੈਂਕ ਯੂ।